ਕੀਆਂ ਕਥਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਸਹਿਬੇ ਇਕਬਾਤ ਸਹਿਬੇ ਬਰਕਤ ਰੌਸ਼ਨ ਚਿਰਾਗ ਮੁਰਸ਼ਦ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਸ਼ਾਹ ਸ਼ਹਿਨਸ਼ਾਹ ਵਾਲੀ ਦੋ ਜਹਾਨ ਸਰਵਰੇ ਕਾਇਨਾਤ ਮੁਜਸਮਾਏ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਦਾ ਸਦਕਾ ਅੱਜ ਆਪਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਸ ਤਰ੍ਹਾਂ ਹੋਈ ਔਰ ਕਦੋਂ ਹੋਈ ਔਰ ਇਸ ਦਾ ਮੰਤਵ, ਇਹਦਾ ਬਣਾਉਣ ਦਾ ਨਿਸ਼ਾਨਾ ਕੀ ਸੀ, ਗੁਰੂ ਘਰ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਦਾਤ ਦਿੱਤੀ ਇਹ ਕਿੱਡੀ ਵਿਲੱਖਣ ਹੈ, ਇਹਦੇ ਬਾਬਤ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਵਨ ਪਵਿੱਤਰ ਸਿਰਜਣਾ ਦਿਵਸ ਦੇ ਸੰਬੰਧ ਵਿੱਚ ਸਾਂਝ ਪਾਵਾਂਗੇ। ਕਰੋ ਕਿਰਪਾ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਬਾਤ ਕਰਾਂਗੇ, ਜੋ ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਣਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਅਖਾੜਾ ਬਣਾ ਕੇ ਘੋਲ ਕੁਸ਼ਤੀਆਂ ਹੁੰਦੀਆਂ, ਜ਼ੋਰ ਕੀਤਾ ਜਾਂਦਾ, ਗੁਰੂ ਕੇ ਸਿੱਖ ਜਿਹੜੇ ਨੇ ਉਹ ਵਰਜਿਸ਼ ਰੂਪ ਦੇ ਵਿੱਚ, ਕਿਉਂਕਿ ਅੱਜ ਆਪਾਂ ਜਿਵੇਂ ਜਿਮ ਦਾ ਰੂਪ ਵੇਖਦੇ ਹਾਂ ਕਿ ਮਸ਼ੀਨੀ ਕਸਰਤ ਜਿਹੜੀ ਹੈ, ਉਸ ਸਮੇਂ ਦੌਰਾਨ ਮਸ਼ੀਨੀ ਕਸਰਤ ਜਿਹੜੀ ਆ ਉਹ ਇਤਨੀ ਨਹੀਂ, ਕਿਉਂਕਿ ਇਹ ਜਿਮ ਜਿਹੜਾ ਹੈ ਪੱਛਮ ਵਾਲੇ ਪਾਸੇ ਦੀ ਦੇਣ ਹੈ ਔਰ ਸਰੀਰਕ ਜਿਹੜਾ ਹੈ ਕੁਸ਼ਤੀ ਤੇ ਦੇਸੀ ਤਰੀਕੇ ਦੇ ਨਾਲ ਸਰੀਰ ਨੂੰ, ਚਾਹੇ ਉਹ ਮੁੰਗਲੀ ਫੇਰਨੀ ਹੋਵੇ, ਭਾਰ ਚੁੱਕਣਾ ਹੋਵੇ ਔਰ ਘੁਲਣਾ ਹੋਵੇ, ਸਰੀਰ ਕਰਕੇ ਇਹ ਕਾਰਜ ਕੀਤੇ ਜਾਂਦੇ। ਸਤਿਗੁਰਾਂ ਨੇ ਕਿਉਂਕਿ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਕਿਰਪਾ ਕੀਤੀ ਕਿ ਓਨਾ ਖਾਓ ਜਿੰਨਾ ਤੁਹਾਡੇ ਸਰੀਰ ਲਈ ਯੋਗ ਹੈ, ਔਰ ਬਚਨ ਕਹਿ ਦਿੱਤਾ ਗੁਰਬਾਣੀ ਵਿੱਚ, ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਇਹ ਜਿਹੜਾ ਬਚਨ ਹੈ ਮਹਾਰਾਜ ਨੇ ਸਿਹਤ ਦੇ ਪੱਖ ਨੂੰ ਵੀ ਆਖਿਆ, ਕਿਉਂਕਿ ਲੋੜ ਤੋਂ ਵੱਧ ਖਾਣਾ
ਲੋੜ ਤੋਂ ਵੱਧ ਸੌਣਾ, ਲੋੜ ਤੋਂ ਵੱਧ ਜਿਹੜਾ ਹੈ ਪਹਿਨਣਾ, ਇਹ ਸਾਰਾ ਕੁਝ ਹੀ ਮਹਾਰਾਜ ਕਹਿੰਦੇ ਦੁੱਖ ਦਾ ਕਾਰਨ ਬਣਦਾ। ਤੋ ਦੂਸਰੇ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਖਡੂਰ ਸਾਹਿਬ ਦੀ ਧਰਤੀ ਤੇ ਅਖਾੜੇ ਬਣਵਾਏ। ਆਪਾਂ ਅੱਜ ਗੁਰਦੁਆਰਾ ਮੱਲ ਅਖਾੜਾ ਸਾਹਿਬ ਦੇ ਦਰਸ਼ਨ ਕਰਦੇ ਹਾਂ, ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਸੰਭਾਲਦੇ, ਇੱਕ ਪਾਸੇ ਰੂਹਾਨੀਅਤ ਦੀ ਦਾਤ, ਦੂਸਰੇ ਪਾਸੇ ਸਰੀਰ ਨੂੰ ਵੀ ਸੰਭਾਲਣ ਦੀ ਬਾਤ, ਦੋਨਾਂ ਹੀ ਚੀਜ਼ਾਂ ਦਾ ਗੁਰੂ ਸਾਹਿਬ ਜੀ ਨੇ ਧਿਆਨ ਰੱਖਿਆ। ਤੋ ਜਦੋਂ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ 1606 ਦੇ ਵਿੱਚ ਹੁੰਦੀ ਹੈ, ਤੇ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਮੁਗਲਿਆ ਹਕੂਮਤ ਇਹ ਸੋਚਦੀ ਸੀ ਕਿ ਜਿਸ ਢੰਗ ਨਾਲ ਮਹਾਰਾਜ ਨੂੰ ਤਸੀਹੇ ਦਿੱਤੇ, ਜਿਸ ਤਰੀਕੇ ਨਾਲ ਸ਼ਹੀਦੀ ਦਿੱਤੀ ਗਈ ਹੈ ਜਹਾਂਗੀਰ ਵਰਗੇ ਬਾਦਸ਼ਾਹ, ਬਈ ਇਹਦੇ ਤੋਂ ਬਾਅਦ ਤਾਂ ਹੁਣ ਇਹ ਦੁਬਾਰਾ ਕਦੇ ਆਪਣੀ ਅੱਖ ਨਹੀਂ ਚੁੱਕਣਗੇ, ਜਾਂ ਹਕੂਮਤ ਦੇ ਜੋ ਅਸੀਂ ਭਾਵੇਂ ਗਲਤ ਕਰੀਏ ਠੀਕ ਕਰੀਏ, ਇਹ ਕਦੇ ਵੀ ਸਾਡੇ ਅੱਗੇ ਖੜੋਣ ਦਾ ਜਾਂ ਸਾਨੂੰ ਗਲਤ ਕਹਿਣ ਦਾ ਤਹਈਆ ਨਹੀਂ ਕਰਨਗੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਹਿੰਦੀ ਕਲਾ ਨਹੀਂ ਆਉਣ ਦਿੱਤੀ। 1595 ਦਾ ਪ੍ਰਕਾਸ਼ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਤੇ 1606 ਦੀ ਸ਼ਹਾਦਤ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ। ਭਾਵ ਕਿ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਹੋਈ ਆ, ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰੀਰਕ ਆਰਬਲਾ ਕੇਵਲ 11 ਸਾਲ ਸੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਮ ਨੂੰ ਜਿਹੜਾ ਹੈ ਉਹ ਜਥੇਬੰਦ ਕਰਦਿਆਂ ਆਖਿਆ ਕਿ ਆਓ ਚੰਗੀਆਂ ਜਵਾਨੀਆਂ, ਚੰਗੇ ਸ਼ਸਤਰ, ਚੰਗੇ ਘੋੜੇ ਜਿਹੜੇ ਉਹ ਸਾਨੂੰ ਭੇਂਟ ਕਰੋ, ਤਾਂ ਕਿ ਜਿਹੜਾ ਜਾਬਰ ਜ਼ੁਲਮ ਕਮਾਉਣ ਵਾਲਾ, ਜਿੱਥੇ ਮਹਾਰਾਜ ਨੇ ਕਿਉਂਕਿ 2 ਯੁੱਗ ਪਹਿਲਾਂ ਵਰਤੇ ਗੁਰਬਾਣੀ ਦਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ, ਗੁਰਬਾਣੀ ਉਚਾਰਨ ਹੋਈ, ਫਿਰ ਕੁਰਬਾਨੀ ਦਾ ਯੁੱਗ ਆਇਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਬਰ ਦੀ ਇੰਤਹਾ ਕਰ ਦਿੱਤੀ। ਵੈਸੇ ਕਿਸੇ ਅੰਦਰ ਇੰਨਾ ਵੀ ਸਬਰ, ਇੰਨਾ ਵੀ ਧੀਰਜ, ਇੰਨੀ ਵੀ ਪੇਸ਼ੈਂਸ ਹੋ ਸਕਦੀ ਆ, ਤੇ ਦੂਸਰੇ ਪਾਸੇ ਜ਼ਬਰ ਦਾ ਵੀ ਅੰਤ ਹੋ ਗਿਆ। ਬਈ ਕੋਈ ਇੰਨਾ ਜ਼ੁਲਮ ਵੀ ਕਰ ਸਕਦਾ, ਇੰਨਾ ਜਾਬਰ ਵੀ ਹੋ ਸਕਦਾ। ਤੋ ਜਿੱਥੇ ਖਾਸ ਕਰਕੇ ਜਹਾਂਗੀਰ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਅੰਦਰ, ਸਵੈ ਜੀਵਨੀ ਦੇ ਅੰਦਰ ਇਹ ਲਿਖਿਆ, ਉਹ ਅਰਬੀ ਦੇ ਵਿੱਚ ਹੈ, ਉਹਦੀਆਂ ਮੈਂ 3-4 ਲਾਈਨਾਂ ਆਪ ਜੀ ਨੂੰ ਸੁਣਾਉਣਾ ਹੈ। ਉਹਦੇ ਵਿੱਚ ਉਹ ਅਰਬੀ ਦੇ ਵਿੱਚ ਲਿਖਦਾ ਕਿ ਮੁਦਤਾਰ ਖਾਤਿਰ ਮੈਂ ਗੁਜਸ਼ਤ ਕਿ ਈਂ ਦੁਕਾਨੇ ਬਾਤਲ ਰਾ ਬਰਤਰਫ, ਕਹਿੰਦੇ ਫਰਮੂਦਮ ਕੇ ਊਰਾ ਯਾਸਾ ਬਾਰਸਾਨਦ, ਯਾਸਾ ਕਾਨੂੰਨ ਦੇ ਅਨੁਸਾਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਜਾਏ। ਮੁਦਤਾਰਾ ਖਾਤਰ ਮੈਂ ਗੁਜਸ਼ਤ, ਕਹਿੰਦਾ ਬੜੀ ਮੁੱਦਤ ਤੋਂ ਮੇਰੇ ਅੰਦਰ ਇਹ ਚਾਹਨਾ ਸੀ, ਬਾਤਲ ਰਾ ਬਰਤਰਫ ਵਾਇਦ ਸਖਤ ਕਿ ਇਸ ਗੁਰੂ ਘਰ ਨੂੰ ਝੂਠ ਦੀ ਦੁਕਾਨ, ਕਹਿੰਦਾ ਬਾਤਲ ਕਹਿੰਦੇ ਝੂਠ ਨੂੰ, ਵੀ ਮੈਂ ਇਹਨੂੰ ਬੰਦ ਕਰ ਦਿਆਂ। ਫਿਰ ਕਹਿੰਦੇ ਮੈਂ ਹੁਕਮ ਦੇ ਦਿੱਤਾ, ਫਰਮੂਦਮ ਕੇਊਰਾ ਜਾਸਾ ਬਾਰ ਸਾਨਦ, ਕਿ ਇਹਨਾਂ ਨੂੰ ਜਾਸਾ ਕਾਨੂੰਨ ਅਨੁਸਾਰ ਸ਼ਹੀਦ ਕਰ ਦਿੱਤਾ ਜਾਏ। ਤਾਂ ਜਿੱਥੇ ਉਹ ਚਾਹੁੰਦੇ ਸੀ ਕਿ ਗੁਰੂ ਘਰ ਦੀ, ਜੋ ਗੁਰੂ ਘਰ ਦੇ ਵਿੱਚੋਂ ਸੱਚ ਦੀ ਆਵਾਜ਼ ਉੱਠਦੀ ਹੈ, ਬਾਬਰ ਨੂੰ ਜਾਬਰ ਕਿਹਾ ਗਿਆ ਹੈ, ਹਮਾਂਜੂ ਨੂੰ ਕਿਹਾ ਗਿਆ ਜਿੱਥੇ ਤਲਵਾਰ ਤੇਰੀ ਨਿਕਲਣੀ ਚਾਹੀਦੀ ਉੱਥੇ ਨਿਕਲੀ ਨਹੀਂ, ਪੀਰਾਂ ਫਕੀਰਾਂ ਤੇ ਤੂੰ ਆਪਣਾ ਹੰਕਾਰ ਪ੍ਰਗਟ ਪਿਆ ਕਰਦਾ। ਜਿਸ ਘਰ ਵਿੱਚ ਅਕਬਰ ਨੂੰ ਆ ਕੇ ਪੰਗਤ ਵਿੱਚ ਬੈਠਣਾ ਪਿਆ, ਉਸ ਘਰ ਦੇ, ਔਰ ਹੁਣ ਉਹਨਾਂ ਨੇ ਆਖਿਆ ਸ਼ਹਾਦਤ ਤੋਂ ਬਾਅਦ ਇਹ ਸਭ ਜਿਹੜਾ ਹੈ ਲੋਕ ਕਦੇ ਵੀ ਸਾਡੀ ਹਕੂਮਤ ਦਾ ਵਿਰੋਧ ਨਹੀਂ ਕਰਨਗੇ, ਗਲਤ ਨੂੰ ਗਲਤ ਨਹੀਂ ਕਹਿਣਗੇ। ਹੁਣ ਜਦੋਂ ਮਹਾਰਾਜ ਨੇ ਬਚਨ ਕਹਿ ਕੇ ਚੰਗੇ ਸ਼ਸਤਰ, ਚੰਗੇ ਘੋੜੇ, ਚੰਗੀਆਂ ਜਵਾਨੀਆਂ ਭੇਂਟ ਕਰੋ, ਤਾਂ ਉੱਥੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਨਮੁਖ ਇੱਕ ਥੜਾ ਬਣਾਇਆ ਗਿਆ। ਪਹਿਲਾਂ ਭਾਵ ਕਿ ਮਿੱਟੀ ਜਿਹੜੀ ਹੈ ਇਕੱਠੀ ਕਰਕੇ ਉੱਚਾ ਥੜਾ ਬਣਾਇਆ ਗਿਆ, ਔਰ ਇਹ ਧਿਆਨ ਕੀਤਾ ਗਿਆ ਕਿ ਦਿੱਲੀ ਦੇ ਤਖਤ ਦੇ ਨਾਲੋਂ ਉੱਚਾ ਬਣਾਇਆ। ਉਹ ਕਿਉਂ ਬਣਾਇਆ? ਇਹ ਸੀ ਕਿ ਕਿਉਂਕਿ ਉਸ ਵਕਤ ਦਿੱਲੀ ਦੇ ਬਾਦਸ਼ਾਹ ਦੇ ਬਰਾਬਰ ਇਸ ਤਰ੍ਹਾਂ ਕੋਈ ਤਖਤ ਲਾ ਕੇ ਬਹਿ ਨਹੀਂ ਸੀ ਸਕਦਾ, ਤੇ ਮਹਾਰਾਜ ਨੇ ਉਹ ਤਖਤ ਬਣਾਇਆ,
ਔਰ ਇਹ ਬਣਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਤਾਂ ਕਿ ਤਖਤ ਤੇ ਬਹਿਣ ਵਾਲਿਆ ਤੇਰਾ ਹਮੇਸ਼ਾ ਕੋਈ ਫੈਸਲਾ ਦਿੰਦਿਆਂ ਹੋਇਆਂ, ਫੈਸਲਾ ਕਰਦਿਆਂ ਹੋਇਆਂ ਤੈਨੂੰ ਸਾਹਮਣਿਓਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਾਰੋ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੋਵਣ, ਦਰਬਾਰ ਸਾਹਿਬ ਤੈਨੂੰ ਦਿਸੇ ਔਰ ਤੇਰੇ ਅੰਦਰ ਨਿਆਂ ਕਰਨ ਲੱਗਿਆਂ ਧਰਮ ਜਿਹੜਾ ਹੋਣਾ ਚਾਹੀਦਾ ਤਾਂ ਕਿ ਤੂੰ ਸੱਚਾ ਨਿਆਂ ਕਰ ਸਕੇ। ਇਸੇ ਕਰਕੇ ਇੱਕ ਪਾਸੇ ਭਗਤੀ ਦਾ ਘਰ ਹੈ, ਦੂਸਰੇ ਪਾਸੇ ਸ਼ਕਤੀ ਦਾ ਘਰ ਹੈ। ਇੱਕ ਪਾਸੇ ਪੀਰੀ ਹੈ, ਇੱਕ ਪਾਸੇ ਮੀਰੀ ਹੈ। ਔਰ ਮਹਾਰਾਜ ਨੇ ਇਹ ਜਿਹੜਾ ਤਖਤ ਬਣਾਇਆ ਉਹਦਾ ਕਾਰਨ ਸੀ ਕਿ ਲੋਕ ਅਕਸਰ ਜਿਹੜਾ ਹੈ ਆਪਣੇ ਝਗੜਿਆਂ ਨੂੰ ਜਦੋਂ ਕੋਰਟ ਕਚਹਿਰੀਆਂ ਵਿੱਚ ਲੈ ਕੇ ਜਾਂਦੇ, ਉਹਦੇ ਫੈਸਲੇ ਜਿਹੜਾ ਦੂਸਰੇ ਧਰਮ ਦੇ ਲੋਕ ਸਨ, ਜਿਵੇਂ ਅੱਜ ਵੀ ਹੁੰਦਾ ਬਹੁਤਾ ਥਾਵਾਂ ਤੇ ਇੰਡੀਆ ਦੇ ਅੰਦਰ ਆਪਾਂ ਦੇਖਦੇ ਹਾਂ, ਮਾਈਨੋਰਿਟੀ ਦੇ ਨਾਲ ਜਿਸ ਢੰਗ ਦੇ ਨਾਲ ਫੈਸਲਿਆਂ ਦੀ ਕਹਾਣੀ, ਧੱਕਾਜੋਰੀ, ਇਹੋ ਜਿਹਾ ਕੁਝ ਹੁੰਦਾ ਆ, ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਆਪਣੇ ਝਗੜੇ ਇੰਨਾ ਚਿਰ ਉਹਨਾਂ ਅਦਾਲਤਾਂ ਦੀ, ਕੋਰਟ ਕਚਹਿਰੀਆਂ ਦੀ ਖੱਜਲ ਖੁਆਰੀ ਤੇ ਖਰਚੇ ਸਾਡੇ ਕੋਲੇ ਆਓ, ਅਸੀਂ ਤੁਹਾਡਾ ਫੈਸਲਾ ਕਰਾਵਾਂਗੇ। ਔਰ ਉਦੋਂ ਇਹ ਵਿਧਾਨ ਵੀ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਪੜ੍ਹੋਗੇ ਨਾ, ਜ਼ਿਕਰ ਆਇਆ, ਨੀਲਾ ਕਾਲਾ ਖਿਦੋਲੜਾ ਤਿਨ ਵੇ ਮੁਖੈ ਨੂੰ ਪਾਇਆ। ਉਹ ਕੀ ਕਰਦੇ ਸਨ ਵੀ ਜਦੋਂ ਕੋਈ ਅਨ ਧਰਮੀ ਬੰਦਾ, ਭਾਵ ਕਿ ਜਿਹੜਾ ਮੁਗਲਿਆ ਹਕੂਮਤ ਦਾ, ਇਸਲਾਮ ਦਾ ਹਿੱਸਾ ਨਹੀਂ ਹੈ, ਉਹਨੇ ਜਦੋਂ ਕੋਰਟ ਕਚਹਿਰੀ ਵਿੱਚ ਫਰਿਆਦ ਕਰਨੀ ਹੈ ਤਾਂ ਬਾਹਰ ਇੱਕ ਕਿੱਲਾ ਜਿਹੜਾ ਉਹ ਗੱਡਿਆ ਹੁੰਦਾ, ਥੰਮ, ਉਹਦੇ ਨਾਲ ਇੱਕ ਜਿਹੜਾ ਹੈ ਬਣਿਆ ਹੋਇਆ ਲੀਰਾਂ ਇਤਿਆਦਿਕ ਉਹਨੂੰ ਲੱਗੀਆਂ, ਚੋਗਾ ਜਿਹਾ ਬਣਿਆ ਜਿਵੇਂ ਆਪਾਂ ਓਵਰਕੋਟ ਪਾਉਣੇ ਆ, ਇਸ ਤਰ੍ਹਾਂ ਦਾ ਉਹਦੇ ਉੱਤੇ ਟੰਗਿਆ ਹੁੰਦਾ ਤੇ ਉਹਨੂੰ ਉਹ ਜਾਣ ਬੁੱਝ ਕੇ ਧੋਂਦੇ ਨਹੀਂ ਸਨ, ਸਾਫ਼ ਨਹੀਂ ਕਰਦੇ, ਮੈਲਾ ਕੁਚੈਲਾ ਜੂਆਂ ਤੱਕ ਉਹਦੇ ਵਿੱਚ ਪਈਆਂ ਹੁੰਦੀਆਂ। ਲੇਕਿਨ ਉਹ ਜ਼ਰੂਰੀ ਸੀ ਜਦੋਂ ਫਰਿਆਦ ਕਰਨੀ ਹੈ ਜਾ ਕੇ ਉਹਨੂੰ ਤਨ ਦੇ ਉੱਤੇ ਪਹਿਨਣਾ ਪੈਂਦਾ ਸੀ, ਭਾਵ ਕਿ ਇਹ ਤਾਂ ਕੀਤਾ ਜਾਂਦਾ, ਉਹਨਾਂ ਨੂੰ ਆਖਿਆ ਜਾਂਦਾ ਸੀ ਤੁਸੀਂ ਜੇ ਤੋਂ ਬਚਣਾ ਚਾਹੁੰਦੇ ਹੋ ਤੇ ਸਾਡੇ ਧਰਮ ਵਿੱਚ ਆ ਜਾਓ, ਤੁਸੀਂ ਸਿੱਧੇ ਆ ਸਕਦੇ ਹੋ। ਤੋ ਇਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਔਰ ਇੱਕ ਕੌਮ ਦੀ ਆਜ਼ਾਦ ਹਸਤੀ ਦੇ ਲਈ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ 1609 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਭਾਵ ਕਿ ਉਹ ਥੜਾ ਰੂਪ ਬਣਾਇਆ। ਬਿਲਡਿੰਗ ਜਿਹੜੀ ਹੈ ਉਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਖਾਲਸਾ ਰਾਜ ਦੇ ਸਮੇਂ ਵੀ ਇਹਦੀਆਂ ਮੰਜ਼ਲਾਂ ਦੀ ਸੇਵਾ ਜਿਹੜੀ ਹੈ ਉਹਦੇ ਵਿੱਚ ਹਿੱਸਾ ਸਰਦਾਰ ਹਰੀ ਸਿੰਘ ਨਲੂਆ ਜੀ ਉਹਨਾਂ ਨੇ, ਮਹਾਰਾਜਾ ਰਣਜੀਤ ਸਿੰਘ ਜੀ ਹੋਣਾ ਨੇ, ਮਹਾਰਾਜਾ ਸ਼ੇਰ ਸਿੰਘ, ਇਸ ਤਰ੍ਹਾਂ ਉਹਨਾਂ ਨੇ ਸੇਵਾਵਾਂ ਜਿਹੜੀਆਂ ਨੇ ਉਹ ਕਰਵਾਈਆਂ ਨੇ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਥੜਾ ਬਣਾਇਆ, ਇੱਥੇ ਫਿਰ ਸਤਿਗੁਰੂ ਬੈਠਦੇ। ਔਰ ਅੱਜ ਵੀ ਤੁਸੀਂ ਜਦੋਂ ਕਿਤੇ ਜਾਓ ਸ੍ਰੀ ਅਕਾਲ ਤਖਤ ਸਾਹਿਬ, ਉੱਥੇ ਆਪ ਜੀ ਵੇਖਦੇ ਹੋ ਢਾਡੀ ਜਨ ਜਿਹੜੇ ਨੇ ਗੁਰੂ ਕੇ ਪਿਆਰਿਓ ਵਾਰਾਂ ਗਾ ਰਹੇ ਹੁੰਦੇ, ਇਤਿਹਾਸ ਸੁਣਾ ਰਹੇ ਹੁੰਦੇ, ਜਿੱਥੇ ਆਸਾ ਕੀ ਵਾਰ ਤੰਤੀ ਸਾਜ਼ਾਂ ਦੇ ਨਾਲ, ਚਾਹੇ ਉਹ ਸਰੰਦਾ ਹੈ, ਚਾਹੇ ਰਬਾਬ ਹੈ, ਚਾਹੇ ਉਹ ਦਿਲਰੁਬਾ ਹੈ, ਚਾਹੇ ਉਹ ਤਾਊਸ ਹੈ, ਇਹ ਤੰਤੀ ਸਾਜ਼ ਸੰਸਾਰੇ ਦਰਬਾਰ ਸਾਹਿਬ ਦੇ ਵਿੱਚ ਆਸਾ ਕੀ ਵਾਰ ਇਹਨਾਂ ਸਾਜ਼ਾਂ ਨਾਲ ਭਗਤੀ ਰੂਪ ਵਿੱਚ ਹੁੰਦੀ। ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜ ਦਾ ਹੁਕਮ ਹੈ ਬਈ ਢੱਡ ਦੇ ਨਾਲ, ਸਰੰਗੀ ਦੇ ਨਾਲ ਉਹਨੂੰ ਜਿਹੜਾ ਟੁੰਡੇ ਅਸ ਰਾਜੇ ਦੀ ਧੁਨੀ ਦੇ ਉੱਤੇ ਆਸਾ ਕੀ ਵਾਰ ਨੂੰ ਗਾਇਨ ਕੀਤਾ ਜਾਂਦਾ। ਔਰ ਢਾਡੀ ਨੱਥਾ ਤੇ ਅਬਦੁੱਲਾ ਉਹ ਜਦੋਂ ਵਾਰ ਪੜ੍ਹਦੇ ਤੇ ਉਸ ਵਾਰ ਦੇ ਵਿੱਚ ਇਹੋ ਜਿਹਾ ਜੋਸ਼, ਉਹਨਾਂ ਨੇ ਜਿਹੜੀਆਂ 2 ਪੌੜੀਆਂ ਪਹਿਲਾਂ ਲਿਖੀਆਂ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਬਤ, ਉਹ ਕਹਿੰਦੇ ਆ, ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਏ ਕੈ, ਸ਼ਬ ਬਰਨੀ ਨ ਜਾਏ ਕਹੂੰ ਕਿਆ ਗਾਏ ਕੈ, ਰਵ ਸਸ ਭਏ ਮਲੀਨ ਸੋ ਦਰਸ ਦਿਖਾਏ ਕੈ, ਸਤਿਗੁਰੂ ਤਖਤ ਬਿਰਾਜੇ ਪ੍ਰਭੂ ਧਿਆਏ ਕੈ। ਕਹਿੰਦੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਬਿਰਾਜੇ, ਉਸ ਮਾਲਕ ਨੂੰ ਚੇਤੇ ਕਰਕੇ ਤੇ ਸਤਿਗੁਰਾਂ ਦੇ ਬੈਠਣ ਨਾਲ ਇਹ ਤਖਤ ਜਿਹੜਾ ਸ਼ੋਭਨੀਕ ਹੋ ਗਿਆ। ਮਾਲਕ ਨੇ ਉੱਥੇ ਬੈਠ ਕੇ ਫੈਸਲੇ ਕੀਤੇ, ਜਿੱਥੇ ਸਿੱਖਾਂ ਨੂੰ ਇੱਕ ਆਜ਼ਾਦ ਹਸਤੀ ਔਰ ਸ਼ਕਤੀ ਦੀ ਦਾਤ ਜਿਹੜੀ ਹੈ, ਜਿੱਥੇ ਭਗਤੀ ਦਾ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ,
ਉੱਥੇ ਮਹਾਰਾਜ ਨੇ ਰਾਜਸੀ ਪੱਖ ਤੋਂ, ਕਿਉਂਕਿ ਹਰ ਇੱਕ ਕੌਮ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਨਹੀਂ ਆਖਿਆ ਵੀ ਸਿੱਖ ਰਾਜਾ ਨਹੀਂ ਹੋਣਾ ਚਾਹੀਦਾ। ਕਈ ਵਾਰ ਸਾਡੇ ਲੋਕ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਆਪ ਜੀ ਪੜ੍ਹੋਗੇ ਤੇ ਇਲਾਮਾ ਇਕਬਾਲ ਨੇ, ਡਾਕਟਰ ਮੁਹੰਮਦ ਇਕਬਾਲ ਨੇ ਇੱਕ ਸ਼ੇਰ ਲਿਖਿਆ। ਉਹ ਕਹਿੰਦਾ ਹੈ ਕਿ ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ। ਜਲਾਲੇ ਪਾਤਸ਼ਾਹੀ ਭਾਵ ਕਿ ਰਜਵਾੜਾ ਸ਼ਾਹੀ, ਜਿਵੇਂ ਪਹਿਲਾਂ ਰਾਜੇ ਮਹਾਰਾਜੇ ਹੁੰਦੇ ਇੰਗਲੈਂਡ ਦੇ ਅੰਦਰ, ਅੱਜ ਵੀ ਆਪਾਂ ਦੇਖਦੇ ਹਾਂ, ਭਾਵੇਂ ਅੱਗੇ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਪਰ ਰਾਜੇ ਹਨ ਅਜੇ ਵੀ ਕਈਆਂ ਹੋਰ ਦੇਸ਼ਾਂ ਵਿੱਚ। ਉਹ ਕਹਿੰਦਾ ਭਾਵੇਂ ਰਾਜਿਆਂ ਦਾ ਰਾਜ ਹੋਵੇ, ਰਜਵਾੜਾ ਸ਼ਾਹੀ ਹੋਵੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜਾਂ ਫਿਰ ਜਮਹੂਰੀਅਤ ਦੀ ਭਾਵ ਕਿ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੋਵੇ, ਹਕੂਮਤ ਹੋਵੇ। ਪਰ ਅਗਲੀ ਪੰਕਤੀ ਅੰਦਰ, ਅਗਲੇ ਬੋਲ ਅੰਦਰ ਕਹਿੰਦਾ ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜੁਦਾ ਹੋ ਸਿਆਸਤ ਸੇ ਦੀਨ, ਜੁਦਾ ਹੋ ਸਿਆਸਤ ਸੇ ਦੀਨ। ਕਹਿੰਦਾ ਦੀਨ ਜਿਹੜਾ ਸਿਆਸਤ ਤੋਂ ਜੁਦਾ ਹੋ ਜਾਏ, ਦੀਨ ਧਰਮ ਇਹਨੂੰ ਵੱਖਰਾ ਕਰ ਦਿੱਤਾ ਜਾਏ ਤਾਂ ਕਹਿੰਦਾ ਰਹਿ ਜਾਤੀ ਹੈ ਚੰਗੇਜੀ। ਤਾਂ ਫਿਰ ਤਾਂ ਚੰਗੇਜ ਖਾਨ ਵਰਗਾ ਰਾਜ ਰਹਿ ਜਾਂਦਾ ਬਈ ਜ਼ੁਲਮ ਹੀ ਜ਼ੁਲਮ, ਜਿਹਦੇ ਵਿੱਚ ਚੰਗੇਜ ਖਾਨ ਜਿਹੜਾ ਹੈ ਜਾਸਾ ਕਾਨੂੰਨ ਵੀ ਇਹਨੇ ਬਣਾਇਆ ਸੀ, ਮੰਗੋਲੀਆ ਕਬੀਲੇ ਦਾ, ਜਿਹੜਾ 1218 ਦੇ ਵਿੱਚ ਇਹਨੇ ਕਾਨੂੰਨ ਬਣਾਇਆ ਸੀ। ਤੋ ਕਹਿੰਦੇ ਜਿੱਥੇ ਲੋਕਾਂ ਦੇ ਅੰਦਰ ਧਰਮ ਨਹੀਂ ਰਹਿੰਦਾ, ਭਾਵ ਕਿ ਜਿਨ੍ਹਾਂ ਦੇ ਅੰਦਰ ਰੱਬ ਦਾ ਖੌਫ ਨਹੀਂ ਰਹਿੰਦਾ, ਭੈ ਭਾਵਨੀ ਨਹੀਂ ਰਹਿੰਦੀ, ਉਹਨਾਂ ਦੇ ਰਾਜ ਭਾਗ ਫਿਰ ਲੋਕਾਂ ਉੱਤੇ ਬਿਲਕੁਲ ਜ਼ੁਲਮ ਵਾਲੇ ਹੁੰਦੇ ਆ। ਰੱਬ ਦਾ ਡਰ ਨਹੀਂ ਹੈ, ਪਰਮੇਸ਼ਰ ਦਾ, ਉਸ ਨਿਰੰਕਾਰ ਦਾ, ਔਰ ਬਣਾਏ ਹੋਏ ਉਹਦੇ ਜੀਵਾਂ ਵਿੱਚ ਉਹਦੀ ਜੋਤ ਨਹੀਂ ਵੇਖਦੇ, ਤਾਂ ਕਰਕੇ ਜ਼ੁਲਮ ਕਮਾਉਂਦੇ ਆ। ਇਸੇ ਕਰਕੇ ਜਿਹੜੇ ਲੋਕ ਕੇਵਲ ਮੀਰ ਰਹੇ, ਉਹਨਾਂ ਨੇ ਮੀਰ ਭਾਵ ਕੇ ਬਾਦਸ਼ਾਹ, ਉਹਨਾਂ ਨੇ ਰਾਜ ਤਾਂ ਕੀਤੇ ਪਰ ਲੋਕਾਂ ਦੀ ਰਾਤ ਨਿਚੋੜੀ, ਜਿਨ੍ਹਾਂ ਲਈ ਮਹਾਰਾਜ ਨੇ ਕਹਿ ਦਿੱਤਾ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਉ ਰਤ ਪਿੱਤ ਕੁੱਤਿਓ ਚਟ ਜਾਹੋ। ਜਿਹਨੂੰ ਆਖਿਆ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਮਹਾਰਾਜ ਕਹਿੰਦੇ ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ। ਔਰ ਉਸ ਤਖਤ ਤੇ ਬਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸੇ ਫੈਸਲੇ ਕੀਤੇ ਜਿਹੜੇ ਜਦੋਂ ਦੋਨੋਂ ਧਿਰਾਂ ਆਉਂਦੀਆਂ ਕਿਸੇ ਦਾ ਪੱਖਪਾਤ ਨਹੀਂ, ਔਰ ਉਹਨਾਂ ਨੂੰ ਫੈਸਲਾ ਦਿੱਤਾ ਜਾਂਦਾ, ਦੋਨਾਂ ਧਿਰਾਂ ਨੂੰ ਉਹ ਫੈਸਲਾ ਜਿਹੜਾ ਹੈ ਮਨਜ਼ੂਰ ਹੁੰਦਾ ਬਈ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਿਲਕੁਲ ਇਹ ਫੈਸਲਾ ਜਿਹੜਾ ਆਪ ਜੀ ਦੁਆਰਾ ਦਿੱਤਾ ਹੋਇਆ ਹੈ ਇਹ ਬਿਲਕੁਲ ਕਬੂਲ ਹੈ, ਕੋਈ ਖਰਚਾ ਨਹੀਂ। ਔਰ ਲੋਕਾਂ ਨੂੰ ਜਿਹੜਾ ਆ ਇਹ ਦਾਤ ਦਿੱਤੀ ਜਾਂਦੀ ਕਿ ਉਹ ਆਪਸ ਵਿੱਚ ਮਿਲ ਕੇ ਰਹਿਣ। ਜੋ ਗੁਰਬਾਣੀ ਦਾ ਫੈਸਲਾ ਆ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਉਹਨਾਂ ਨੂੰ ਲਟਕਾਇਆ ਨਾ ਜਾਂਦਾ ਮਾਮਲਿਆਂ ਨੂੰ। ਉਹਦੇ ਨਾਲ ਆਪਾਂ ਵੇਖਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਬਣਾਵਟ ਬਣਾਉਣੀ ਸੀ ਨਾ, ਉੱਥੇ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਲਿਖਿਆ ਬਈ ਉੱਥੇ ਕਿਸੇ ਹੋਰ ਨੂੰ ਨਹੀਂ ਲਾਇਆ ਗਿਆ। ਮਹਾਰਾਜ ਆਪ ਭਾਈ ਸਾਹਿਬ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਤਾਂ ਕਰਕੇ ਸ਼ਬਦ ਲਿਖੇ ਕਿਸੀ ਰਾਜ ਨੇ ਹੱਥ ਲਗਾਇਓ, ਬੁੱਢਾ ਔ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਇਹ ਬਨਾਵਟ ਜਿਹੜੀ ਹੈ ਇਹ ਤਿਆਰ ਕੀਤੀ। ਇਹ ਦਾਤ ਸਾਨੂੰ ਜਿਹੜੀ ਹੈ ਉਹ ਮਿਲੀ। ਔਰ ਆਪ ਜੀ ਇਹ ਵੀ ਵੇਖੋਗੇ ਇੱਥੋਂ ਹੀ ਫੈਸਲੇ ਹੋਏ। ਅੱਜ ਵੀ ਅਕਾਲ ਤਖਤ ਸਾਹਿਬ ਦੇ ਸਨਮੁਖ ਸੰਕੇਤ ਮਾਤਰੋ ਇਮਲੀ ਦਾ ਬੂਟਾ ਅੱਜ ਵੀ ਤੁਹਾਨੂੰ ਮਿਲੇਗਾ। ਉੱਤੇ ਭਾਵੇਂ ਪਲੇਟ ਨਹੀਂ, ਇਤਿਹਾਸ ਨਹੀਂ ਲਿਖਿਆ, ਪਰ ਇਹ ਉਹੀ ਹੈ ਜਿਸ ਥਾਂ ਤੇ ਕਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਹੋਣਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰ ਲਿਆ ਵੀ ਇਹਨੇ ਮੋਰਾਂ ਦਾ ਨਾਚ ਵੇਖਿਆ, ਕੰਜਰੀ ਦਾ ਨਾਚ ਵੇਖਿਆ, ਤੇ ਜੇ ਰਾਜਾ ਇਹੋ ਜਿਹੇ ਕੰਮਾਂ 'ਚ ਪਏਗਾ ਤੇ ਪ੍ਰਜਾ ਕੀ ਕਰੇਗੀ। ਅੱਜ ਤੇ ਉਲਟਿਆ ਨਾ ਵੀ ਲੋਕਾਂ ਨੂੰ ਇਕੱਠੇ ਕਰਨ ਲਈ ਤੇ ਇਹੋ ਜਿਹੇ ਲੋਕ ਨਾਲ ਲਿਆਂਦੇ ਜਾਂਦੇ ਆ ਵੀ ਨਾਚ ਵੇਖੋ, ਆ ਕੁਝ ਕਰੋ, ਇਸ ਤਰ੍ਹਾਂ ਦਾ ਤਰੀਕਾ। ਲੇਕਿਨ ਤਲਬ ਕਰ ਲਿਆ, ਤੇ ਜਦੋਂ ਤਲਬ ਕੀਤਾ ਆਖਿਆ ਕਿ ਇਹਨੂੰ ਕੋਰੜੇ ਮਾਰੇ ਜਾਣ। ਉਹ ਆਪ ਇੱਕ ਸਿੱਖ ਦੀ ਤਰ੍ਹਾਂ ਭਾਵ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹਾਜ਼ਰ ਹੋਇਆ ਤੇ ਉਸ ਇਮਲੀ ਦੇ ਬੂਟੇ ਨੂੰ ਜੱਫਾ ਮਾਰ ਕੇ ਕੰਡ ਨੰਗੀ ਕਰਕੇ ਖੜਾ ਹੋ ਗਿਆ।
ਲੋਕਾਂ ਦੇ ਨੇਤਰਾਂ ਵਿੱਚ ਹੰਝੂ ਆ ਗਏ ਵੀ ਏਡੀ ਵੱਡੀ ਸਲਤਨਤ ਦਾ ਬਾਦਸ਼ਾਹ, ਲੇਕਿਨ ਅਕਾਲ ਤਖਤ ਸਾਹਿਬ ਨੂੰ ਫਿਰ ਵੀ ਉਹ ਸਮਰਪਿਤ ਹੈ। ਉਹਦੇ ਅੰਦਰ ਭਾਵਨਾ ਹੈ ਕਿ ਇਹਦੇ ਤੋਂ ਵੱਡਾ ਨਹੀਂ ਮੇਰੇ ਤਾਂ ਤਖਤੇ ਤਾਂ, ਕਿਉਂਕਿ ਦੁਨਿਆਵੀ ਤਖਤ ਤਾਂ ਕਿੰਨੇ ਆਏ ਤੇ ਕਿੰਨੇ ਗਏ। ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਵੀ ਇਹ ਸੱਚ ਦਾ ਤਖਤੇ ਦੇ ਸਾਹਮਣੇ ਝੁਕਣਾ ਚਾਹੀਦਾ। ਔਰ ਉੱਥੇ ਆਖਿਆ ਅਕਾਲੀ ਫੂਲਾ ਸਿੰਘ ਜੀ ਕਹਿੰਦੇ ਨੇ ਜਾਂ ਇਹ ਮਾਰਿਆਂ ਤੋਂ ਵੀ ਵੱਧ ਹੋ ਗਏ, ਤੂੰ ਇੰਨਾ ਨੀਵਾਂ ਹੋ ਕੇ ਆ ਗਿਆ। ਤੋ ਇਹ ਉਹ ਸਥਾਨ ਜਿੱਥੋਂ ਏਡੇ ਏਡੇ ਫੈਸਲੇ ਹੋਏ। ਲੋਕਾਂ ਨੇ ਆਖਿਆ ਕਿ ਰਾਜਾ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ, ਲੇਕਿਨ ਰਣਜੀਤ ਸਿੰਘ ਨੇ ਆਖਿਆ ਨਹੀਂ ਨਹੀਂ, ਜਥੇਦਾਰ ਹੋਵੇ ਤੇ ਅਕਾਲੀ ਫੂਲਾ ਸਿੰਘ ਵਰਗਾ। ਔਰ ਆਪ ਜੀ ਵੇਖੋ ਵਾਰ-ਵਾਰ, ਚਾਹੇ ਉਹਦੇ ਤੋਂ ਪਹਿਲਾਂ ਦਾ ਸਮਾਂ ਹੋਵੇ, ਚਾਹੇ 84 ਦਾ ਸਮਾਂ ਹੋਵੇ, ਉਸ ਅਕਾਲ ਦੇ ਤਖਤ ਨੂੰ ਢਾਉਣ ਦਾ ਯਤਨ ਕੀਤਾ ਗਿਆ। ਬਿਲਡਿੰਗ ਢਾਈ ਜਾ ਸਕਦੀ ਹੈ, ਲੇਕਿਨ ਜੋ ਸੱਚ ਦਾ ਤਖਤ ਹੈ ਉਹਨੂੰ ਨਾ ਕਦੇ ਢਾਇਆ ਜਾ ਸਕਦਾ ਹੈ। ਔਰ ਸਿੱਖਾਂ ਨੇ ਉਹਨੂੰ ਦੁਬਾਰਾ ਫਿਰ ਬਣਾਇਆ। ਔਰ ਹਰ ਗੁਰਸਿੱਖ ਜਿਹੜਾ ਹੈ ਉੱਥੇ ਵਕਤੀ ਤੌਰ ਤੇ ਕੋਈ ਸਰੀਰ ਜਿਹੜਾ ਹੈ ਉਹ ਗਲਤੀਆਂ ਕਰ ਸਕਦਾ ਹੈ, ਗਲਤ ਹੋ ਸਕਦਾ ਹੈ, ਲੇਕਿਨ ਅਕਾਲ ਦਾ ਤਖਤ ਜੋ ਮਹਾਰਾਜ ਨੇ ਸਾਨੂੰ ਪੀਰੀ ਦੇ ਨਾਲ ਮੀਰੀ ਦਾ, ਭਗਤੀ ਦੇ ਨਾਲ ਸ਼ਕਤੀ ਦੀ ਦਾਤ ਦਿੱਤੀ, ਸੰਤ ਦੇ ਨਾਲ ਸਿਪਾਹੀ ਵਾਲਾ ਪਾਸਾ ਦਿੱਤਾ। ਮਹਾਰਾਜ ਨੇ ਇੱਕ ਪਾਸੇ ਗੁਰੂ ਕੀ ਬਾਣੀ, ਦੂਸਰੇ ਪਾਸੇ ਸ਼ਸਤਰਾਂ ਦੀ ਦਾਤ ਜਿਹੜੀ ਹੈ, ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਇਹ ਦਾਤ ਦਿੱਤੀ, ਇਹ ਬਖਸ਼ਿਸ਼ ਕੀਤੀ। ਔਰ ਕਿੰਨੀ ਵਾਰ ਉੱਥੇ ਸਰਬੱਤ ਖਾਲਸਾ ਹੋ ਕੇ ਕਿੱਡੇ ਕਿੱਡੇ ਵੱਡੇ ਜਿਹੜੇ ਫੈਸਲੇ ਕੀਤੇ ਗਏ ਕੌਮ ਦੇ। ਉਸ ਜੋ ਅਕਾਲ ਦਾ ਤਖਤ ਹੈ, ਸ੍ਰੀ ਅਕਾਲ ਤਖਤ ਸਾਹਿਬ, ਉਹਦੀ ਸਿਰਜਣਾ ਇਸ ਢੰਗ ਨਾਲ ਮਹਾਰਾਜ ਨੇ 1609 ਦੇ ਵਿੱਚ ਕਰਕੇ ਸਾਨੂੰ ਬੜੀ ਵੱਡੀ ਦਾਤ ਦਿੰਦਿਆਂ ਹੋਇਆਂ ਮਹਾਰਾਜ ਨੇ ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ ਨੂੰ ਇਕੱਠਿਆਂ ਕਰਕੇ ਸਿੱਖ ਨੂੰ ਆਖਿਆ ਕਿ ਤੂੰ ਰਾਜਾ ਵੀ ਹੋਵੇਂ, ਲੇਕਿਨ ਰਾਜ ਕਰਦਿਆਂ ਵੀ ਤੇਰਾ ਮੁੱਖ ਜਿਹੜਾ ਗੁਰੂ ਵੱਲ ਹੋਵੇ, ਫਿਰ ਤੂੰ ਇੱਕ ਸੱਚਾ ਨਿਆਂਕਾਰੀ ਹੋ ਸਕਦਾ ਹੈ। ਗੁਰੂ ਕਿਰਪਾ ਕਰੇ ਅਸੀਂ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਜਾਣੀਏ, ਇਤਿਹਾਸ ਨੂੰ ਜਾਣੀਏ, ਔਰ ਸਾਡੇ ਅੰਦਰ ਇਹ ਭਾਵਨਾ ਪੈਦਾ ਹੋਵੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਆਂ ਕਥਾ ਕਹਾਣੀਆਂ